ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰ ਰਹੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ ਰਹੀ ਹੈ, ਸੇਵਕ ਬਣ ਕੇ ਉਨੀ ਕੁ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਦਾ ਜੋ ਫੁਰਮਾਨ ਹੈ, ਸ਼ਬਦ ਹੈ, ਪਾਤਸ਼ਾਹ ਕਹਿੰਦੇ ਸੁਣਿਐ ਸਤ ਸੰਤੋਖ ਗਿਆਨ, ਸੁਣਿਐ 68 ਕਾ ਇਸ਼ਨਾਨ। ਪਹਿਲਾ ਬਚਨ ਪਾਤਸ਼ਾਹ ਨੇ ਕੀਤਾ ਕਿ ਸਤ ਸੰਤੋਖ। ਸੰਤੋਖੀ ਉਸ ਨੂੰ ਆਖਦੇ ਹਨ ਜਿਨੇ ਸਮਸਤ ਮਾਇਆ ਦਾ ਤਿਆਗ ਕੀਤਾ ਹੋਵੇ, ਕਿਉਂਕਿ ਸੱਤ ਨਾਲ ਲੱਗਿਆ। ਜਿੰਨਾ ਚਿਰ ਕੱਲਾ ਸੰਤੋਖ ਹੈ, ਉਨਾ ਚਿਰ ਸੰਤੋਖ ਟੁੱਟਣ ਦਾ ਡਰ ਰਹਿੰਦਾ ਹੈ। ਭਾਵ ਕਿ ਜਿੰਨਾ ਚਿਰ ਕੋਲ ਗਿਆਨ ਹੈ, ਉਨਾ ਚਿਰ ਸੁਰਤ ਮਾਇਆ 'ਚ ਜਾ ਸਕਦੀ ਹੈ। ਜਦੋਂ ਗਿਆਨ ਦੇ ਨਾਲ ਧਿਆਨ ਜੁੜ ਜਾਂਦਾ, ਫਿਰ ਸੁਰਤ ਮਾਇਆ 'ਚ ਨਹੀਂ ਜਾਂਦੀ। ਇਸੇ ਕਰਕੇ ਪਾਤਸ਼ਾਹ ਨੇ ਇੱਥੇ ਸ਼ਬਦ ਸੱਤ ਲਾਇਆ, ਸਤ ਸੰਤੋਖ। ਕਿਉਂਕਿ ਜਿਹੜੇ ਸੰਸਾਰੀ ਧਰਮ ਦੇ ਆਗੂ ਸੀ, ਉਹ ਵੀ ਆਪਣੇ ਆਪ ਨੂੰ ਇਹ ਗੱਲ ਆਖਦੇ ਸੀ ਕਿ ਅਸੀਂ ਮਾਇਆ ਤਿਆਗੀ ਹੋਈ ਹੈ। ਉਹ ਮਾਇਆ ਵੱਲੋਂ ਤਿਆਗੀ ਸਨ, ਪਰ ਉਹਨਾਂ ਦੇ ਕੋਲ ਸੱਤ ਨਹੀਂ ਸੀ। ਮਾਇਆ ਦਾ ਤਿਆਗ ਕਰ ਦੇਣਾ ਕੋਈ ਵੱਡੀ ਗੱਲ ਨਹੀਂ ਹੈ, ਪਰ ਮਾਇਆ ਦਾ ਤਿਆਗ ਕਰਕੇ ਸੱਤ ਦਾ ਪ੍ਰਾਪਤ ਹੋ ਜਾਣਾ ਵੱਡੀ ਗੱਲ ਹੈ। ਹਾਂ, ਸੰਸਾਰ ਦੇ ਵਿੱਚ ਮਾਇਆ ਦਾ ਤਿਆਗ ਕਰ ਦੇਣਾ ਵੱਡੀ ਗੱਲ ਤਾਂ ਹੈ, ਪਰ ਸੱਚੇ ਦੇ ਦਰਬਾਰ ਵਿੱਚ ਨਹੀਂ। ਸੱਚੇ ਦੇ ਦਰਬਾਰ ਵਿੱਚ ਵੱਡੀ ਗੱਲ ਹੈ ਕਿ ਤੁਹਾਡੇ ਕੋਲ ਮਾਇਆ ਦਾ ਤਿਆਗ ਵੀ ਹੋਵੇ ਤੇ ਨਾਲ ਸੱਤ ਵੀ ਹੋਵੇ। ਤਾਂ ਹੀ ਪਾਤਸ਼ਾਹ ਨੇ ਇੱਥੇ ਸ਼ਬਦ ਲਿਖਿਆ ਸਤ ਸੰਤੋਖ। ਪਾਤਸ਼ਾਹ ਕਹਿੰਦੇ ਜੇ ਸੰਤੋਖ ਸੱਚ ਨਾਲ ਪੈਦਾ ਨਹੀਂ ਹੋਇਆ, ਭਾਵ ਕਿ ਸੱਚ ਤੋਂ ਬਿਨਾਂ ਜੇ ਸਾਡੇ ਕੋਲ ਸੰਤੋਖ ਆ ਤਾਂ ਉਹ ਬਹੁਤੀ ਦੇਰ ਨਹੀਂ ਰਹਿੰਦਾ। ਜਿਵੇਂ ਮਿੱਟੀ ਹੈ, ਮਿੱਟੀ ਖੁਰ ਜਾਂਦੀ ਹੈ, ਭੁਰ ਜਾਂਦੀ ਹੈ, ਪਰ ਜੇ ਇਸੇ ਮਿੱਟੀ ਨੂੰ ਗਿੱਲੀ ਕਰਕੇ ਅੱਗ ਨਾ ਪਕਾ ਲਿਆ ਜਾਵੇ, ਫਿਰ ਨਹੀਂ ਛੇਤੀ ਖੁਰਦੀ, ਫਿਰ ਉਹ ਪੱਕੀ ਹੋ ਜਾਂਦੀ ਹੈ। ਇਸੇ ਤਰ੍ਹਾਂ ਜੇ ਸੰਤੋਖ ਦੇ ਨਾਲ ਸੱਤ ਲੱਗ ਜਾਵੇ, ਮਾਇਆ ਵੀ ਛੱਡੀ ਜਾਵੇ ਤੇ ਸੱਚ ਵੀ ਮਿਲ ਜਾਵੇ, ਫਿਰ ਸੱਤ ਸੰਤੋਖ ਹੋ ਜਾਂਦਾ ਹੈ। ਹੁਣ ਪਾਤਸ਼ਾਹੀਆਂ ਦੀ ਭਗਤ ਸਾਹਿਬਾਨਾਂ ਦੀ ਤਾਂ ਇਹ ਅਵਸਥਾ ਹੈ, ਉਹਨਾਂ ਦੇ ਕੋਲ ਤਾਂ ਸੱਤ ਸੰਤੋਖ ਹੈ, ਪਰ ਹੁਣ ਸਾਡੇ ਕੋਲ ਤਾਂ ਸੱਤ ਸੰਤੋਖ ਨਹੀਂ। ਫਿਰ ਅਸੀਂ ਕੀ ਕਰਨਾ? ਹੁਣ ਸਾਨੂੰ ਪ੍ਰਾਪਤ ਕਰਨਾ ਪੈਣਾ ਸੱਤ ਸੰਤੋਖ। ਉਹਨਾਂ ਨੇ ਜੋ ਪ੍ਰਾਪਤ ਕੀਤਾ ਸੀ ਉਹ ਵਿਖਿਆਨ ਕੀਤਾ ਗੁਰਬਾਣੀ ਦੇ ਅੰਦਰ। ਤਾਂ ਹੀ ਪਾਤਸ਼ਾਹ ਕਹਿੰਦੇ ਨਾ ਗੁਰਬਾਣੀ ਕਹਿ। ਗੁਰਬਾਣੀ ਕੁਛ ਕਹਿ ਰਹੀ ਹੈ, ਸੱਤ ਸੰਤੋਖ ਬਾਰੇ ਸੋਝੀ ਕਰਾ ਰਹੀ ਹੈ ਕਿ ਭਾਈ ਸੱਤ ਕੀ ਹੁੰਦਾ ਹੈ, ਸੰਤੋਖ ਕੀ ਹੁੰਦਾ ਹੈ। ਸੇਵਕ ਜਨ ਮਨ ਹੈ, ਸੇਵਕ ਉਸ ਜਾਣਕਾਰੀ ਨੂੰ ਲਵੇ ਤੇ ਮੰਨੇ ਵੀ। ਹੇ ਮੇਰੇ ਮਨਾ, ਤੂੰ ਇਸ ਗੁਰਬਾਣੀ ਦੇ ਉਪਦੇਸ਼ ਨੂੰ ਲਵੇਂ ਵੀ ਤੇ ਮੰਨੇ ਵੀ। ਪ੍ਰਤੱਖ ਗੁਰੂ ਨਿਸਤਾਰੇ। ਫਿਰ ਜਿਹੜਾ ਗੁਰੂ ਹੈ, ਸੱਤ ਹੈ, ਹੁਕਮ ਹੈ, ਉਹ ਤੇਰੇ ਸਾਹਮਣੇ ਆ ਜਾਣਾ ਹੈ। ਫਿਰ ਤੈਨੂੰ ਸਾਰਾ ਪਤਾ ਲੱਗੂ ਵੀ ਇਸ ਹੁਕਮ ਦੇ ਵਿੱਚ ਕਿਵੇਂ ਸ੍ਰਿਸ਼ਟੀ ਚੱਲਦੀ ਹੈ, ਕਿਵੇਂ ਜੀਵ ਆਉਂਦੇ ਆ, ਕਿਵੇਂ ਜੀਵ ਚਲੇ ਜਾਂਦੇ ਆ, ਕਿਹੜੇ ਜੀਵ ਸੱਚਖੰਡ ਦੇ ਅੰਦਰ ਨੇ, ਕਿਹੜੇ ਜੀਵ ਸੱਚਖੰਡ ਤੋਂ ਬਾਹਰ ਨੇ, ਕਿਹੜੇ ਤ੍ਰੇਤੇ 'ਚ ਨੇ, ਕਿਹੜੇ ਦੁਆਪਰ 'ਚ ਨੇ, ਕਿਹੜੇ ਕਲਯੁਗ 'ਚ ਨੇ। ਸਾਰੀ ਹੀ ਸੋਝੀ ਉਦੋਂ ਆ ਜਾਂਦੀ ਹੈ ਜਦੋਂ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਹੈ। ਕਿਉਂਕਿ ਭਗਤ ਸਾਹਿਬਾਨਾਂ ਦੇ ਅੰਦਰ ਸੱਤ ਸੰਤੋਖ ਸੀ। ਉਹਨਾਂ ਨੇ ਸਾਡੇ ਤੇ ਤਰਸ ਕੀਤਾ, ਸਾਨੂੰ ਗੁਰਬਾਣੀ ਰੂਪ ਦੇ ਵਿੱਚ ਸੱਤ ਸੰਤੋਖ ਦਾ ਉਪਦੇਸ਼ ਦਿੱਤਾ। ਇਹ ਗੱਲ ਠੀਕ ਹੈ ਕਿ ਜਦੋਂ ਸ਼ੁਰੂਆਤ ਕਰਨੀ ਹੈ ਉਹ ਗੁਰਬਾਣੀ ਤੋਂ ਹੀ ਹੋਣੀ ਹੈ ਸਾਡੀ। ਪਰ ਗੁਰਬਾਣੀ ਇਸ ਤਰ੍ਹਾਂ ਨਹੀਂ ਕਿ ਵੀ ਜਾਓ ਤੇ ਤੁਸੀਂ ਗੁਰਬਾਣੀ ਪੜ੍ਹ ਲਈ, ਜਾਂ ਵੱਧ ਤੋਂ ਵੱਧ ਕੀ ਕਰ ਲਿਆ, ਗੁਰਬਾਣੀ ਦੀ
ਯਾਦਾਸ਼ਤ ਵਧਾ ਲਈ, ਗੁਰਬਾਣੀ ਨੂੰ ਯਾਦ ਜ਼ਿਆਦਾ ਕਰ ਲਿਆ, ਜਾਂ ਜ਼ਿਆਦਾ ਗੁਰਬਾਣੀ ਪੜ੍ਹਨ ਲੱਗ ਗਏ। ਇਸ ਤਰ੍ਹਾਂ ਨਹੀਂ ਹੈ। ਫਿਰ ਕਿਸ ਤਰ੍ਹਾਂ ਹੈ? ਜਿਵੇਂ ਇੱਕ ਸਾਡਾ ਬਜ਼ੁਰਗ ਹੁੰਦਾ ਹੈ, ਉਹ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਆਪਾਂ ਨੂੰ ਕਹਿੰਦਾ ਰਹਿੰਦਾ ਵੀ ਆਹ ਕੰਮ ਕਰੋ, ਆਹ ਕੰਮ ਕਰੋ, ਇਸ ਤਰ੍ਹਾਂ ਗੱਲ ਸੁਣੋ, ਆਹ ਕਰੋ। ਹੁਣ ਬੱਚੇ ਉਹਦੀ ਗੱਲ ਸੁਣਦੇ ਰਹਿੰਦੇ ਆ, ਪਰ ਬੱਚੇ ਇਹ ਤਾਂ ਕਹਿ ਨਹੀਂ ਸਕਦੇ ਵੀ ਸਾਨੂੰ ਪਿਓ ਦੀ ਗੱਲ ਨਹੀਂ ਸੁਣੀ। ਪਿਓ ਦੀ ਗੱਲ ਸੁਣੀ, ਪਰ ਬੱਚਿਆਂ ਨੇ ਪਿਓ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਫਿਰ ਉਹ ਪਿਓ ਵੀ ਸਾਡਾ ਇੱਕ ਵਾਰ ਸਾਨੂੰ ਕਹਿੰਦਾ ਵੀ ਮੇਰੀ ਕਿਹੜਾ ਘਰੇ ਕੋਈ ਗੱਲ ਸੁਣਦਾ। ਹੁਣ ਸੁਣਦੇ ਤਾਂ ਸਾਰੇ ਜਾਣੇ ਹੀ ਨੇ ਉਹਦੇ, ਹਰ ਇੱਕ ਨੂੰ ਸੁਣ ਰਹੀ ਹੈ ਵੀ ਬਾਪੂ ਨੇ ਆਹ ਗੱਲ ਕਹੀ ਹੈ, ਔਰ ਬੱਚਿਆਂ ਨੂੰ ਵੀ ਸੁਣਦੀ ਹੈ ਤੇ ਪਿਓ ਨੂੰ ਵੀ ਪਤਾ ਮੈਂ ਕੁਝ ਬੋਲ ਰਿਹਾ, ਬੱਚਿਆਂ ਨੂੰ ਸੁਣ ਵੀ ਰਿਹਾ। ਪਰ ਨਾਲ ਉਹ ਬਜ਼ੁਰਗ ਸਾਡੇ ਇਹ ਵੀ ਕਹਿੰਦਾ ਮੇਰੀ ਕਿਹੜਾ ਕੋਈ ਗੱਲ ਸੁਣਦਾ। ਹੁਣ ਸੁਣਨ ਵਾਲਿਆਂ ਦੇ ਕੰਨ ਖੁੱਲੇ ਨੇ, ਕੰਨਾਂ ਨਾਲ ਹੀ ਸੁਣਦੇ ਆ, ਪਰ ਉਹਨਾਂ ਨੇ ਆਪਣੇ ਬਾਪੂ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਸੁਣ ਜ਼ਰੂਰ ਲਈ, ਹੇ ਮੇਰੇ ਮਨਾ ਬਸ ਇਸ ਤਰ੍ਹਾਂ ਦੀ ਹੀ ਸਥਿਤੀ ਤੇਰੀ ਹੈ। ਤੂੰ ਗੁਰਬਾਣੀ ਸੁਣ ਤਾਂ ਜ਼ਰੂਰ ਲਈ, ਗੁਰਬਾਣੀ ਪੜ੍ਹ ਤਾਂ ਜ਼ਰੂਰ ਲਈ, ਪਰ ਗੁਰਬਾਣੀ ਵੱਲ ਧਿਆਨ ਨਹੀਂ ਦੇ ਰਿਹਾ। ਜੇ ਧਿਆਨ ਦਵੇਂ ਤਾਂ ਸਾਰਾ ਹੀ ਜੀਵਨ ਬਦਲਦਾ ਹੈ। ਜੇ ਪਿਓ ਦੀ ਗੱਲ ਵੱਲ ਬੱਚਾ ਧਿਆਨ ਦਿੰਦਾ ਤਾਂ ਉਹਨੂੰ ਉਹ ਕੰਮ ਕਰਨਾ ਪੈਣਾ, ਪਰ ਉਹ ਸੁਣੀ ਅਣਸੁਣੀ ਕਰ ਦਿੰਦਾ। ਹੇ ਮੇਰੇ ਮਨਾ ਇਸੇ ਤਰ੍ਹਾਂ ਹੀ ਤੂੰ ਗੁਰਬਾਣੀ ਨੂੰ ਵੀ ਸੁਣੀ ਅਣਸੁਣੀ ਕਰ ਦਿੰਦਾ। ਸੋ ਜਿੰਨਾ ਅਸੀਂ ਗੁਰਬਾਣੀ ਨੂੰ ਬਹੁਤ ਬਰੀਕੀ ਦੇ ਨਾਲ ਵਿਚਾਰਾਂਗੇ, ਇਹ ਨਿਸ਼ਾਨੀ ਹੈ ਗੁਰਬਾਣੀ ਦੀ ਵਿਚਾਰ ਦੀ, ਕਿ ਜਦੋਂ ਜਦੋਂ ਅਸੀਂ ਗੁਰਬਾਣੀ ਨੂੰ ਬਹੁਤ ਬਰੀਕੀ ਨਾਲ ਵਿਚਾਰਦੇ ਚਲੇ ਜਾਂਦੇ ਹਾਂ ਤਾਂ ਉਨਾ ਹੀ ਸਾਡੇ ਅੰਦਰ ਸੰਤੋਖ ਵੱਧਦਾ ਚਲੇ ਜਾਂਦਾ ਹੈ। ਮਾਇਆ ਤੋਂ ਪਕੜ ਘਟਦੀ ਚਲੀ ਜਾਂਦੀ ਹੈ, ਸੰਤੋਖ ਵਾਲੇ ਪਾਸੇ ਨੂੰ ਅਸੀਂ ਵੱਧਦੇ ਚਲੇ ਜਾਂਦੇ ਹਾਂ। ਜਦੋਂ ਸਾਡੇ ਕੋਲ ਸੰਤੋਖ ਦਾ ਦਾਇਰਾ ਪੂਰਾ ਹੋ ਜਾਂਦਾ ਹੈ, ਭਾਂਡਾ ਸਾਡਾ ਪੂਰਾ ਬਣ ਜਾਂਦਾ ਹੈ, ਤਾਂ ਉਹਦੇ ਅੰਦਰ ਸੱਤ ਹੈ ਜਿਹੜਾ ਉਹ ਵਿੱਚੋਂ ਪ੍ਰਗਟ ਹੋ ਜਾਂਦਾ ਹੈ। ਜਿਵੇਂ ਦੁੱਧ ਦੇ ਵਿੱਚੋਂ ਮੱਖਣ ਨਿਕਲਦਾ ਹੈ, ਇਸੇ ਤਰ੍ਹਾਂ ਸੱਤ ਹੈ ਜਿਹੜਾ, ਸੱਤ ਦੇ ਵਿੱਚੋਂ ਹੀ ਸੰਤੋਖ ਹੈ ਜਿਹੜਾ, ਸੰਤੋਖ ਦੇ ਅੰਦਰੋਂ ਹੀ ਸੱਤ ਪ੍ਰਗਟ ਹੋ ਜਾਂਦਾ ਹੈ। ਉਹ ਤੱਤ ਗਿਆਨ ਬਾਹਰ ਆ ਜਾਂਦਾ ਹੈ, ਜਿਹਨੂੰ ਪਾਤਸ਼ਾਹ ਕਹਿੰਦੇ ਆ ਸੰਤ ਹੋ ਮਾਖਣ ਖਾਇਆ ਛਾਛ ਪੀਏ ਸੰਸਾਰ। ਉਹ ਮੱਖਣ ਖਾਂਦੇ ਆ ਗੁਰਮੁਖ, ਨਿਰਾ ਸੱਚ ਖਾਂਦੇ ਆ, ਪਰ ਸਰੀਰ ਕਰਕੇ ਸੰਸਾਰ 'ਚ ਵੀ ਰਹਿੰਦੇ ਆ। ਸੰਸਾਰੀਆਂ ਵਾਂਗੂ ਛਾਛ ਵੀ ਪੀਂਦੇ ਨੇ, ਮਾਇਆ ਵੀ ਵਰਤਦੇ ਆ, ਪਰ ਜੁੜਦੇ ਨਹੀਂ। ਉਨੀਓ ਲੈਂਦੇ ਨੇ ਜਿੰਨੀ ਕੁ ਲੋੜ ਹੈ, ਸਰੀਰ ਜੋ ਚਲਾਉਣਾ ਹੈ, ਪਰ ਪਕੜ ਨਹੀਂ ਹੈ ਉਹਨਾਂ ਦੀ ਮਾਇਆ ਨਾਲ। ਉਹ ਇਸ ਧਰਤੀ ਦੇ ਉੱਪਰ ਇੱਕ ਰਾਈ ਦੇ ਦਾਣੇ ਜਿੰਨੇ ਵੀ ਰਵਾਦਾਰ ਨਹੀਂ ਬਣਦੇ। ਸੋ ਹੇ ਮੇਰੇ ਮਨਾ, ਜਿਨ੍ਹਾਂ ਤੋਂ ਗੁਰਬਾਣੀ ਨੂੰ ਸੰਤੋਖੀ ਹੋ ਕੇ ਵਿਚਾਰੇਗਾ, ਜਿਵੇਂ ਜਿਵੇਂ ਗੁਰਬਾਣੀ ਦੀ ਵਿਚਾਰ ਕਰੇਗਾ ਸੰਤੋਖੀ ਹੁੰਦਾ ਚਲੇ ਜਾਏਗਾ। ਤਿਵੇਂ ਤਿਵੇਂ ਤੇਰੇ ਅੰਦਰੋਂ ਸੱਤ ਵੀ ਪ੍ਰਗਟ ਹੋ ਜਾਊਗਾ। ਜਿਵੇਂ ਅਸੀਂ ਗੁਰਬਾਣੀ ਦਾ ਇੱਕ ਬਚਨ ਰੋਜ਼ ਪੜ੍ਹਦੇ ਹਾਂ, ਪਾਤਸ਼ਾਹ ਕਹਿੰਦੇ ਤਿੱਤ ਸਰਵਰੜੇ ਭਈ ਲੈ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ। ਹੁਣ ਅਸੀਂ ਇਹ ਬਚਨ ਤਾਂ ਪੜ੍ਹ ਲਿਆ, ਪਰ ਅੱਜ ਤੱਕ ਅਸੀਂ ਇਹਨੂੰ ਕਦੇ ਵਿਚਾਰਿਆ ਨਹੀਂ। ਪਰ ਜਦੋਂ ਅਸੀਂ ਵਿਚਾਰੇ ਹੀ ਨਹੀਂ, ਫਿਰ ਉਹ ਸਾਡੇ ਕਿਸੇ ਕੰਮ ਵੀ ਨਹੀਂ। ਜਿਹੜੀ ਚੀਜ਼ ਦਾ ਅਸੀਂ ਕਦੇ ਵਿਚਾਰ ਹੀ ਨਹੀਂ ਕੀਤੀ, ਸਾਡੇ ਕਿਸੇ ਕੰਮ ਦੀ ਨਹੀਂ। ਹੁਣ ਘਰ ਦੇ ਵਿੱਚ ਸਾਡੇ ਕਿੰਨੀਆਂ ਵਸਤੂਆਂ ਪਈਆਂ ਹੁੰਦੀਆਂ ਨੇ, ਅਸੀਂ ਉਹਨਾਂ ਨੂੰ ਵਿਚਾਰਦੇ ਨਹੀਂ ਕਿਸੇ ਚੀਜ਼ ਨੂੰ ਵੀ। ਪਰ ਜਿਹੜੀ ਚੀਜ਼ ਸਾਡੇ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ, ਜਿਵੇਂ ਸਾਡੇ ਲਈ ਦਵਾਈ ਹੈ, ਅਸੀਂ ਦਵਾਈ ਨੂੰ ਕਿੰਨਾ ਵਿਚਾਰਦੇ ਹਾਂ ਵੀ ਇੰਨੀ ਹੀ ਡੋਜ਼ ਲੈਣੀ, ਇਹ ਤੋਂ ਵੱਧ ਨਹੀਂ ਲੈਣੀ। ਕਿਉਂਕਿ ਡਾਕਟਰ ਨੇ ਸਾਨੂੰ ਦੱਸਿਆ ਵੀ ਜੇ ਤੂੰ ਮਾੜੀ ਜਿਹੀ ਦਵਾਈ ਵੱਧ ਖਾ ਲਈ ਤਾਂ ਤੈਨੂੰ ਖਰਾਬ ਕਰੂ, ਜੇ ਘੱਟ ਲੈ ਲਈ ਤਾਂ ਵੀ ਖਰਾਬ ਕਰੂ। ਅਸੀਂ ਸਰੀਰ ਨੂੰ ਬਚਾਉਣਾ ਚਾਹੁੰਦੇ ਹਾਂ, ਅਸੀਂ ਡਾਕਟਰ ਦੀ ਕਹੀ ਗੱਲ ਪੂਰੀ ਮੰਨਦੇ ਹਾਂ, ਐਕੂਰੇਟ। ਜਿਹੜੀ ਚੀਜ਼ ਡਾਕਟਰ ਸਾਨੂੰ ਪਰਹੇਜ਼ ਕਰਨ ਵਾਸਤੇ ਕਹਿੰਦਾ ਸੀ ਉਹ ਵੀ ਪੂਰਾ ਕਰਦੇ ਹਾਂ, ਕਿਉਂਕਿ ਸਾਨੂੰ ਚਿੰਤਾ ਹੈ ਸਰੀਰ ਦੀ। ਬਸ ਹੇ ਮੇਰੇ ਮਨਾ, ਇਹਦੇ ਆਪੋਜਿਟ ਹੈ ਗੁਰਮੁਖ। ਗੁਰਮੁਖ ਨੂੰ ਵੀ ਪਰਮੇਸ਼ਰ ਨੇ ਦੱਸਿਆ ਕਿ ਸਰਬ ਰੋਗ ਕਾ ਔਖਦ ਨਾਮ, ਕਿ ਆਹ ਜਿਹੜਾ ਨਾਮ ਆ ਇਹ ਇੰਨੀ ਕੁਆਂਟੀਟੀ ਨਾਲ ਹੀ ਤਾਂ ਵਰਤਣਾ ਹੈ,
ਇੰਨਾ ਇੰਨਾ ਹੀ ਵਰਤਣਾ ਹੈ। ਨਾ ਇਹ ਵੱਧ ਵਰਤਣਾ, ਨਾ ਇਹ ਘੱਟ ਵਰਤਣਾ। ਆਹ ਪਰਹੇਜ਼ ਨੇ, ਉਹ ਪਰਹੇਜ਼ ਵੀ ਨਾਲ ਕਰਨੇ। ਗੁਰਮੁਖ ਆਤਮਾ ਨੂੰ ਬਚਾਉਣਾ ਹੀ ਚਾਹੁੰਦਾ ਹੈ, ਮਨਮੁਖ ਸਰੀਰ ਨੂੰ ਬਚਾਉਣਾ ਚਾਹੁੰਦਾ ਹੈ। ਗੁਰਮੁਖ ਸਰੀਰ ਨੂੰ ਸਿਰਫ ਇੰਨਾ ਕੁ ਬਚਾਉਣਾ ਚਾਹੁੰਦਾ ਹੈ ਕਿ ਇਸ ਸਰੀਰ ਦੇ ਵਿੱਚ ਰਹਿੰਦਿਆਂ ਜੇ ਮੇਰੇ ਤੇ ਬਖਸ਼ਿਸ਼ ਹੋਈ ਹੈ, ਕਿਸੇ ਹੋਰ ਤੇ ਵੀ ਹੋ ਜਾਵੇ। ਇੰਨਾ ਕੁ ਮਨੋਰਥ ਹੁੰਦਾ ਹੈ ਗੁਰਮੁਖ ਦਾ, ਉਦੋਂ ਵੱਧ ਨਹੀਂ ਹੈ। ਉਹ ਵੀ ਪਰਮੇਸ਼ਰ ਨੂੰ ਨਾਲ ਕਹਿੰਦਾ ਰਹਿੰਦਾ ਵੀ ਬਾਕੀ ਤੇਰੀ ਰਜ਼ਾ ਹੈ, ਭਾਵੇਂ ਤੂੰ ਅੱਜ ਹੀ ਸਰੀਰ ਚੋਂ ਕਢਾ ਲਾ, ਜੋ ਲੈ ਜਾ। ਪਰ ਇੱਕ ਮਨ ਚ ਤਰਸ ਹੈ, ਕਿਉਂਕਿ ਪਰਿਵਾਰ ਹੈ, ਵੀ ਇਹਨਾਂ ਨੂੰ ਸੋਝੀ ਆ ਜਾਵੇ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਨਾ ਫਿਰਦੇ ਬੇਪਰਵਾਹ। ਉਹਨਾਂ ਨੂੰ ਕਿਸੇ ਨੂੰ ਪਤਾ ਹੀ ਨਹੀਂ। ਇੱਕ ਜਿਹਨਾਂ ਨੂੰ ਸੋਝੀ ਆ ਜਾਂਦੀ, ਉਹ ਕਹਿੰਦੇ ਵੀ ਨਹੀਂ, ਇਹ ਗਲਤ ਜਾ ਰਹੇ ਨੇ, ਇਹ ਸਹੀ ਤਰੀਕੇ ਨਾਲ ਚਲੇ ਜਾਣ। ਸੋ ਅਸੀਂ ਇਸ ਬਚਨ ਨੂੰ ਪੜ੍ਹਦੇ ਹਾਂ, ਇਹਦੇ ਭਾਵ ਨੂੰ ਨਹੀਂ ਕਦੇ ਵੀ ਅਸੀਂ ਸਮਝਿਆ ਕਿ ਅਸੀਂ ਐਸੇ ਇੱਕ ਸਰੋਵਰ ਦੇ ਵਿੱਚ ਵੱਸਦੇ ਹਾਂ ਜਿੱਥੇ ਪਾਣੀ ਨਹੀਂ ਹੈਗਾ, ਅੱਗ ਹੀ ਅੱਗ ਹੈ। ਹੁਣ ਅੱਗ ਦੇ ਸਰੋਵਰ ਵਿੱਚ ਹੋਵੇ ਜੀਵ, ਕਿੱਥੋਂ ਬਚੂਗਾ? ਆ ਭਵ ਸਾਗਰ ਸਾਰਾ, ਤਾਂ ਹੀ ਤੈਨੂੰ ਭਵ ਸਾਗਰ ਕਹਿੰਦੇ। ਭਵ ਦਾ ਅਰਥ ਹੀ ਅੱਗ ਹੁੰਦੀ ਹੈ। ਅੱਗ ਦੀ ਦਲਦਲ ਹੈ। ਮੋਹ ਕਰਕੇ ਅਸੀਂ ਇੰਨੇ ਫਸ ਗਏ, ਲਾਲਚ ਕਰਕੇ ਇੰਨੇ ਫਸ ਗਏ ਕਿ ਅਸੀਂ ਨਿਕਲਣਾ ਹੀ ਨਹੀਂ ਚਾਹੁੰਦੇ, ਜਦ ਕਿ ਗੁਰਬਾਣੀ ਸਾਨੂੰ ਇਹਨਾਂ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦੀ ਹੈ, ਇਸ ਦਲਦਲ ਚੋਂ ਬਾਹਰ ਕੱਢਦੀ ਹੈ। ਤੇ ਜਦੋਂ ਫਿਰ ਗੁਰਬਾਣੀ ਦੀ ਜਿਹੜਾ ਸੋਝੀ ਜੀਵ ਪ੍ਰਾਪਤ ਕਰਦਾ, ਉਹ ਗੁਰਬਾਣੀ ਦੀ ਗੱਲ ਤੇ ਭਰੋਸਾ ਕਰਦਾ, ਸਵੈਮ ਲਾਗੂ ਕਰ ਲੈਂਦਾ, ਉਹ ਇਹ ਤੋਂ ਬਾਹਰ ਆ ਜਾਂਦਾ ਹੈ। ਤੇ ਜਦੋਂ ਬਾਹਰ ਆਉਂਦਾ, ਉਹ ਫਿਰ ਸੰਤੋਖੀ ਹੁੰਦਾ ਹੈ। ਸੰਤੋਖੀ ਹੋਣ ਤੋਂ ਬਾਅਦ ਜਿਹੜਾ ਸੱਤ ਹੈ, ਫਿਰ ਤੁਰਕੀ ਜਿਹੜੀ ਬਾਣੀ ਹੈ, ਉਹ ਬਿਨਾਂ ਕੰਨਾਂ ਤੋਂ ਇਹਨੂੰ ਸੁਣਨ ਲੱਗ ਜਾਂਦੀ ਹੈ। ਗੁਰਬਾਣੀ ਕੰਨਾਂ ਨਾਲ ਸੁਣਦੀ ਹੈ, ਕਿਉਂਕਿ ਜਿਹੜੀ ਚੀਜ਼ ਸਾਨੂੰ ਸੁਣਦੀ ਹੈ, ਜਿਹੜੀ ਚੀਜ਼ ਸਾਨੂੰ ਦੀਦੀ ਹੈ, ਉਹ ਤੋਂ ਹੀ ਹਟਾ ਸਕਦੀ ਹੈ। ਇਹ ਵੀ ਹੈ ਗੱਲ। ਗੁਰਬਾਣੀ ਸਾਨੂੰ ਕੰਨਾਂ ਨਾਲ ਸੁਣਦੀ ਹੈ, ਇਸੇ ਕਰਕੇ ਸਾਨੂੰ ਮਾਇਆ ਤੋਂ ਪਰੇ ਲਿਜਾਣ ਦੀ ਗੱਲ ਕਰਦੀ ਹੈ। ਪਰ ਜਿਹੜੀ ਬਾਣੀ ਹੈ, ਉਹ ਕੰਨਾਂ ਨਾਲ ਨਹੀਂ ਸੁਣਦੀ। ਜਦੋਂ ਅਸੀਂ ਮਾਇਆ ਤੋਂ ਪਰੇ ਖੜੇ ਹੁੰਦੇ ਹਾਂ, ਗੁਰਬਾਣੀ ਸਾਨੂੰ, ਬਾਣੀ ਸਾਨੂੰ ਉੱਥੇ ਲੈ ਜਾਂਦੀ ਹੈ ਜਿੱਥੇ ਸਾਡਾ ਨਿੱਜ ਆਸਣ ਹੈ, ਉਹਦੇ ਤੇ ਬਿਠਾ ਦਿੰਦੀ ਹੈ ਲਿਜਾ ਕੇ, ਵੀ ਆਹ ਹੈ ਤੇਰਾ ਆਸਣ। ਜਿਹਦੀ ਗੱਲ ਪਾਤਸ਼ਾਹ ਨਰਪਤ ਏਕ ਸਿੰਘਾਸਨ ਸੋਇਆ, ਸਿੰਘਾਸਨ ਦੇ ਉੱਪਰ ਸੁੱਤਾ ਪਿਆ, ਉੱਥੇ ਠਾਲ ਕੇ ਬਿਠਾਉਂਦੀ ਵੀ ਬੈਠ, ਆਹ ਹੈ ਤੇਰਾ ਆਸਣ। ਫਿਰ ਇਹ ਉੱਥੋਂ ਬੈਠ ਕੇ ਦੇਖਦਾ ਸਾਰੀ ਸ੍ਰਿਸ਼ਟੀ ਨੂੰ ਆਪ। ਉਹਨਾਂ ਰਾਜਿਆਂ ਦੇ ਵਿੱਚ ਬੈਠਾ ਹੁੰਦਾ, ਉਹ ਰਾਜਿਆਂ ਦੀ ਸਭਾ ਹੈ, ਸੰਤਾਂ ਦੀ ਸਭਾ ਹੈ, ਭਗਤਾਂ ਦਾ ਦਰਬਾਰ ਹੈ, ਉਹਦੇ ਵਿੱਚ ਇਹ ਵੀ ਬੈਠ ਜਾਂਦੇ ਜਾ ਕੇ। ਉਹੀ ਗਿਆਨ ਹੈ। ਗਿਆਨ ਦੇ ਥੱਲੇ ਔਂਕੜ ਹੈ, ਸੁਣਿਆ, ਸਤ, ਸੰਤੋਖ, ਗਿਆਨ। ਉਹ ਜਿਹੜਾ ਇਹ ਗਿਆਨ, ਇਹਦੇ ਔਂਕੜ ਥੱਲੇ ਇਹ ਹੈ, ਉਹ ਨਾਮ ਨਿਰਾਕਾਰੀ। ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ, ਤਿੱਥੈ ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਉਹ ਪ੍ਰਚੰਡ ਸੋਝੀ ਹੈ। ਉਸੇ ਨੂੰ ਹੀ ਹੁਕਮ ਆਖਿਆ, ਫਿਰ ਇਹਨੂੰ ਸਿੱਧਾ ਸੁਣਦਾ ਹੈ। ਪਰ ਉਹ ਸੁਣਦਾ ਉਦੋਂ ਹੈ ਜਦੋਂ ਸੰਤੋਖੀ ਹੋਵੇ, ਸੰਤੋਖੀ ਤੋਂ ਪਹਿਲਾਂ ਨਹੀਂ ਸੁਣਦਾ। ਇਸੇ ਕਰਕੇ ਪਾਤਸ਼ਾਹ ਤਤੀ ਤਵੀ ਤੇ ਬੈਠੇ, ਆਰਿਆਂ ਥੱਲੇ ਖੜੇ, ਬੰਦ ਕਟਵਾਏ, ਖੋਪਰੀਆਂ ਤੇ ਚੜ੍ਹ ਗਏ, ਖੋਪਰੀਆਂ ਲਹਾ ਲੀਆਂ। ਕਿਹਦੇ ਕਰਕੇ? ਸਿਰਫ ਉਸ ਨਾਮ ਦੀ ਬਦੌਲਤ, ਉਸ ਹੁਕਮ ਦੀ ਬਦੌਲਤ। ਇਹ ਕਰਾਮਾਤ ਹੈ ਉਸ ਨਾਮ ਦੇ ਅੰਦਰ। ਤਾਂ ਹੀ ਪਾਤਸ਼ਾਹ ਨੇ ਆਖਿਆ ਸੁਣਿਆ ਸਤ ਸੰਤੋਖ ਗਿਆਨ, ਕਿ ਜਿਨ੍ਹਾਂ ਨੂੰ ਉਹ ਤੁਰਕੀ ਬਾਣੀ ਸੁਣਦੀ ਹੈ, ਉਹਨਾਂ ਦੀ ਅਵਸਥਾ ਇਹ ਹੁੰਦੀ ਹੈ। ਹੁਣ ਤਾਂ ਇੱਥੇ ਸਾਰੇ ਹੀ ਕਹੀ ਜਾਂਦੇ ਆ ਵੀ ਸਾਨੂੰ ਤੁਰਕੀ ਬਾਣੀ ਸੁਣਦੀ ਹੈ।
ਗੁਰਬਾਣੀ ਸਾਨੂੰ ਸਿਰਫ ਸੰਤੋਖ ਬਖਸ਼ਦੀ ਹੈ, ਸੱਤ ਦਾ ਸੰਤੋਖ ਕਰਾ ਦਿੰਦੀ ਹੈ, ਮਾਰਗ ਤੇ ਤੋਰ ਦਿੰਦੀ ਹੈ। ਜਿਉਂ-ਜਿਉਂ ਅਸੀਂ ਮਾਰਗ ਤੇ ਤੁਰਦੇ ਜਾਂਦੇ ਹਾਂ ਤਾਂ ਮੰਜ਼ਿਲ ਗਿਆਨ ਹੁਕਮ ਤੱਕ ਪਹੁੰਚ ਵੀ ਜਾਂਦੇ। ਗਿਆਨ ਹੀ ਗੁਰਪ੍ਰਸਾਦ ਹੈ। ਜਿਹੜਾ ਸਾਨੂੰ ਗੁਰਬਾਣੀ ਦਿੱਤੀ ਗਈ ਹੈ ਇਹ ਗੁਰਪ੍ਰਸਾਦ ਹੈ, ਇਹ ਗੁਰ ਵੱਲੋਂ ਹੀ ਦਿੱਤਾ ਗਿਆ ਹੈ। ਜਿਵੇਂ ਮੈਂ ਹੁਣ ਕਿਸੇ ਨੂੰ ਕੁਝ ਦਵਾਂ ਤਾਂ ਮੈਂ ਉਹਨੂੰ ਗਿਆਨ ਹੀ ਦੇ ਸਕਦਾ। ਜਿਹੜਾ ਮੇਰੇ ਕੋਲ ਗਿਆਨ ਹੈ ਉਹ ਕਿਤੋਂ ਹੋਰ ਥਾਂ ਤੋਂ ਆਇਆ ਹੋਇਆ। ਇਹ ਸਾਰਾ ਗਿਆਨ ਜਿੰਨਾ ਵੀ ਸ੍ਰਿਸ਼ਟੀ 'ਚ ਆਇਆ ਇਹ ਗੁਰੂ ਕੋਲੋਂ ਆਇਆ। ਗੁਰੂ ਹੈ ਪਰਮੇਸ਼ਰ। ਇੱਥੇ ਗੁਰਪ੍ਰਸਾਦ ਦਾ ਅਰਥ ਗੁਰੂ ਦੀ ਕਿਰਪਾ ਨਹੀਂ ਹੈ, ਗੁਰ ਦੀ ਕਿਰਪਾ ਹੈ। ਕਿਉਂਕਿ ਗੁਰੂ ਨੇ ਡਾਇਰੈਕਟ ਸਾਡੇ ਤੇ ਥੋੜ੍ਹਾ ਕਿਰਪਾ ਕੀਤੀ ਹੈ, ਉਹ ਗੁਰ ਦੇ ਥਰੂ ਕਰਦਾ ਹੈ। ਇਸੇ ਕਰਕੇ ਇਹ ਬਦਲੂਗੀ ਚੀਜ਼। ਗੁਰੂ ਪ੍ਰਸਾਦ ਗੁਰਬਾਣੀ 'ਚ ਸ਼ਬਦ ਨਹੀਂ ਆਉਂਦਾ, ਕਿਤੇ ਵੀ ਨਹੀਂ ਆਊਗਾ, ਗੁਰਪ੍ਰਸਾਦ ਆਉਂਦਾ। ਗਿਆਨ ਦੀ ਕਿਰਪਾ। ਗੁਰੂ ਨਾਨਕ ਸਾਹਿਬ ਨੇ ਸਾਨੂੰ ਗਿਆਨ ਦਿੱਤਾ। ਕਾਹਦੇ ਵਾਸਤੇ ਗਿਆਨ ਦਿੱਤਾ? ਪਰਸ ਆਦ, ਕਹਿੰਦੇ ਆਪਣੇ ਮੂਲ ਨੂੰ ਪਰਸ। ਤੇਰਾ ਜਿਹੜਾ ਆਦ ਸਰੂਪ ਉਹਨੂੰ ਪਰਸ, ਉਹਨੂੰ ਸਪਰਸ਼ ਕਰ। ਤੇਰਾ ਆਦ ਸਰੂਪ ਕੀ ਹੈ? ਉਹ ਗੁਰੂ ਹੈ। ਤੂੰ ਵੀ ਤਾਂ ਉਸ ਸੱਚਖੰਡ ਦੀ ਸਭਾ ਦਾ ਮੈਂਬਰ ਹੀ ਹੈ, ਤੂੰ ਵੀ ਉੱਥੇ ਪਹੁੰਚ ਜਾ। ਜਿਹੜਾ ਮਨ ਹੈ ਜਿਹਨੇ ਇਹ ਗੁਰਪ੍ਰਸਾਦ ਲੈਣੀ ਹੈ, ਗਿਆਨ ਦੀ ਬਖਸ਼ਿਸ਼ ਕਰਵਾਉਣੀ ਹੈ, ਉਹ ਕੀ ਬੋਲੀ ਜਾਂਦਾ? ਉਹ ਉਲਟ ਚੱਲਦਾ। ਅੰਗ 351 ਉੱਪਰ ਪਾਤਸ਼ਾਹ ਕਹਿੰਦੇ ਮਨ ਕੀ ਮਤ ਮਤਾਂਗਲ ਮੱਤਾ, ਜੋ ਕਿਛ ਬੋਲੀ ਹੈ ਸਭ ਖੱਤੋ ਖੱਤਾ। ਆਹ ਮਨ ਦੀ ਅਵਸਥਾ ਹੈ। ਹੇ ਮੇਰੇ ਮਨ, ਤੂੰ ਆਹ ਕੁਛ ਬੋਲਦਾ, ਤੇਰੀ ਸਿਆਣਪ ਕੀ ਹੈ? ਮਤਾਂਗਲ। ਹਰ ਵੇਲੇ ਮਾਇਆ ਦੀ ਦੌੜ 'ਚ ਹੀ ਲੱਗਿਆ ਪਿਆ, ਮਸਤ ਹੋਇਆ ਫਿਰਦਾ, ਆਪਣੇ ਹੀ ਨਸ਼ੇ 'ਚ ਰਹਿਣਾ। ਫਿਰ ਆਪਣੇ ਮਤੇ ਬਣਾ ਲੈਣਾ, ਆਪਣੀਆਂ ਸਲਾਹਾਂ ਬਣਾਈ ਜਾਂਦਾ, ਆਪਣੀ ਇੱਛਾ ਰੱਖੀ ਜਾਂਦਾ, ਆਪਣੇ ਵੱਲੋਂ ਹੀ ਗਿਆਨ ਬਣਾ ਲਿਆ। ਸਾਰੀ ਘਾੜ ਤਾਂ ਆਪਣੀ ਆਪ ਹੀ ਘੜੀ ਜਾਂਦਾ। ਫਿਰ ਜੋ ਕੁਛ ਬੋਲੀ ਹੈ, ਜਦੋਂ ਘਾੜ ਤੇ ਅੜ ਕੇ ਵੀ ਜੋ ਕੁਛ ਬੋਲਦਾ ਉਹ ਕੀ ਹੈ? ਖੱਤੋ ਖਤਾ। ਉਹਦੇ 'ਚ ਖਤਾ ਹੀ ਹੈ, ਘਾਟਾ ਹੀ ਘਾਟਾ, ਵਾਧਾ ਤਾਂ ਕਿਸੇ ਨੂੰ ਹੋਇਆ ਨਹੀਂ। ਭਗਤਾਂ ਤੋਂ ਬਿਨਾਂ ਕਿਸੇ ਨੂੰ ਇਸ ਸੰਸਾਰ ਦੇ ਅੰਦਰ ਵਾਧਾ ਨਹੀਂ ਹੋਇਆ। ਕੋਈ ਵੀ ਵੱਡੇ ਤੋਂ ਵੱਡਾ ਰਾਜਾ ਹੋਵੇ, ਵੱਡੇ ਤੋਂ ਵੱਡਾ ਧਾਰਮਿਕ ਆਗੂ ਹੋਵੇ, ਜੇ ਉਹ ਸੰਸਾਰੀ ਧਰਮ ਹੈ, ਕਿਸੇ ਨੂੰ ਵੀ ਕੋਈ ਫਾਇਦਾ ਨਹੀਂ ਹੋਇਆ, ਸਿਰਫ ਭਗਤਾਂ ਨੂੰ ਫਾਇਦਾ ਹੋਇਆ। ਨਾਨਕ ਭਗਤਾਂ ਸਦਾ ਵਿਗਾਸ ਲਿਖਿਆ, ਕਿਸੇ ਰਾਜੇ ਨੂੰ ਨਹੀਂ ਲਿਖਿਆ, ਕਿਸੇ ਜੋਗੀ ਨੂੰ ਨਹੀਂ ਲਿਖਿਆ, ਕਿਸੇ ਬ੍ਰਾਹਮਣ ਨੂੰ ਨਹੀਂ ਲਿਖਿਆ, ਕਿਸੇ ਹਿੰਦੂ ਨੂੰ ਨਹੀਂ ਲਿਖਿਆ, ਕਿਸੇ ਸੰਤ ਬਾਬੇ ਨੂੰ ਨਹੀਂ ਲਿਖਿਆ। ਭਗਤਾਂ ਨੂੰ ਲਿਖਿਆ ਹੈ ਕਿ ਭਗਤਾਂ ਨੂੰ ਵਿਗਾਸ ਹੁੰਦਾ ਹੈ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਭਗਤ ਉੱਪਰ ਕੋਈ ਨਹੀਂ, ਬਾਕੀ ਸਭ ਥੱਲੇ। ਗੁਰਬਾਣੀ ਹੈ ਮੇਰੇ ਮਨ ਵੇਖ ਕੀ ਕਹਿ ਰਹੀ ਹੈ। ਕਹਿੰਦੇ ਪੰਡਤ ਹੋਵੇ, ਸੂਰਮਾ ਹੋਵੇ, ਜਿੱਡਾ ਮਰਜੀ ਵੱਡਾ ਕੋਈ ਸੂਰਮਾ ਹੋਵੇ। ਸਾਡੇ ਤੇ ਸੂਰਮੇ ਦੇ ਗੁਣ ਗਾਈ ਜਾਂਦੇ ਆ। ਨਾ ਤਾਂ ਸਾਨੂੰ ਦਰਗਾਹੀ ਸੂਰਮੇ ਦਾ ਪਤਾ ਵੀ ਦਰਗਾਹ 'ਚ ਸੂਰਮਾ ਕਿਹਨੂੰ ਮੰਨਦੇ, ਨਾ ਸਾਨੂੰ ਦਰਗਾਹੀ ਪੰਡਤ ਦਾ ਪਤਾ, ਨਾ ਛਤਰਪਤੀ ਦਾ ਪਤਾ ਵੀ ਛਤਰਪਤੀ ਦਰਗਾਹ 'ਚ ਕੌਣ ਹੈ। ਇੱਥੋਂ ਦਾ ਜ਼ਰੂਰ ਪਤਾ, ਕਿਉਂਕਿ ਅਸੀਂ ਇੱਥੇ ਹੀ ਸੱਚ ਮੰਨਦੇ ਹਾਂ ਨਾ ਸਾਰਾ ਕੁਝ। ਪਰ ਜਿਹੜੇ ਅਸਲੀ ਪੰਡਤ ਨੇ, ਅਸਲੀ ਸੂਰ ਨੇ, ਅਸਲੀ ਛਤਰਪਤੀ ਨੇ, ਉਹਨਾਂ ਨੇ ਦੱਸੀ ਹੈ ਗੱਲ ਕਿ ਪੰਡਤ ਸੂਰ ਛਤਰਪਤ ਰਾਜਾ, ਜਿਹੜੇ ਤੁਹਾਡੇ ਸੰਸਾਰੀ ਤੁਸੀਂ ਹੋ ਨਾ, ਭਗਤ ਬਰਾਬਰ ਔਰ ਨਾ ਕੋਈ। ਜਿਹਦਾ ਭਗਤਾਂ ਦੇ ਬਰਾਬਰ ਵੀ ਹੈ ਨਹੀਂ। ਅਸਲ ਵਿੱਚ ਭਗਤ ਹੈ ਜਿਹੜਾ, ਇਹੀ ਛਤਰਪਤੀ ਹੈ, ਇਹੀ ਰਾਜਾ ਹੈ। ਭਗਤ ਹੀ ਸਭ ਤੋਂ ਸ੍ਰੇਸ਼ਟ ਹੈ, ਬਾਕੀ ਨਹੀਂ ਹੈ। ਅੰਗ 495 ਉੱਪਰ ਵੀ ਪਾਤਸ਼ਾਹ ਕਹਿੰਦੇ ਅਨਕ ਸੋਚ ਕਰਹਿ ਦਿਨ ਰਾਤੀ, ਬਿਨ ਸਤਿਗੁਰ ਅੰਧਿਆਰੀ। ਹੁਣ ਸੋਚ ਦਾ ਅਰਥ ਜੇ ਤਾਂ ਸੁਚਮ ਕਰਦੇ ਆ ਤੇ ਫਿਰ ਦਿਨ ਰਾਤ ਤਾਂ ਕੋਈ ਨਹੀਂ ਸੁਚਮ ਕਰਦਾ ਹੈਗਾ। ਅਨਕ ਸੋਚ ਕਰੈ ਦਿਨ ਰਾਤੀ,
ਸਾਡੇ ਅੰਦਰ ਜਿਹੜੀ ਸੋਚ ਚੱਲਦੀ ਰਹਿੰਦੀ ਆ, ਅੱਜ ਸੋਚ ਦੇ ਅੰਦਰ ਦਿਨ ਰਾਤ ਚੱਲਦਾ ਰਹਿੰਦਾ, ਕਦੇ ਚੰਗੀ ਸੋਚ ਕਦੇ ਮਾੜੀ ਸੋਚ। ਹੁਣ ਰਾਤ ਨੂੰ ਸੁੱਤੇ ਪਏ ਉਦੋਂ ਤਾਂ ਸੋਚ ਚੱਲਦੀ ਨਹੀਂ, ਫਿਰ ਰਾਤੀ ਕਦੇ ਸੋਚ ਦੇ ਅੰਦਰ ਸੱਚ ਦੀ ਇੱਛਾ ਪੈਦਾ ਹੋ ਜਾਂਦੀ ਹੈ, ਕਦੇ ਝੂਠ ਦੀ। ਕਦੇ ਅਸੀਂ ਮਾੜਾ ਸੋਚਣ ਲੱਗ ਜਾਂਦੇ ਹਾਂ, ਕਦੇ ਅਸੀਂ ਚੰਗਾ ਸੋਚੀ ਜਾਂਦੇ ਹਾਂ। ਇੱਕੋ ਹੀ ਵਿਅਕਤੀ ਹੈ, 1 ਸਕਿੰਟ 'ਚ ਮਨਮੁਖ ਬਣ ਜਾਂਦਾ, 1 ਸਕਿੰਟ 'ਚ ਗੁਰਮੁਖ ਵਾਲਾ ਬਣ ਜਾਂਦਾ। ਬਦਲਦਾ ਕਿਉਂ ਹੈ? ਇਸੇ ਨੂੰ ਹੀ ਪਾਤਸ਼ਾਹ ਨੇ ਕਿਹਾ ਕਿ ਬਚਨ ਕਰੇ ਸੋ ਖਿਸਕ ਜਾਏ ਸੋ ਨਰ ਕੱਚਾ। ਉਹ ਕੱਚਾ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ। ਉਹ ਕੱਚੇ ਨੇ, ਕਹਿੰਦੇ ਕੁਛ ਹੋਰ ਨੇ, ਕਰਦੇ ਕੁਛ ਹੋਰ ਨੇ, ਚਲਾਕੀਆਂ ਕਰਦੇ ਆ। ਸਹਿ ਸਿਆਣਪਾਂ ਲੱਖ ਹੋਇਆ। ਉਹ ਕਹਿੰਦੇ ਸਾਡੇ ਕੋਲ ਸਿਆਣਪਾਂ ਬਹੁਤ ਨੇ, ਅਸੀਂ ਇਸ ਤਰੀਕੇ ਨਾਲ ਇੱਥੇ ਐਂ ਕਰ ਲਾਂਗੇ, ਉਸ ਤਰੀਕੇ ਨਾਲ ਐਂ ਕਰ ਲਾਂਗੇ। ਕਹਿੰਦੇ ਇੱਕ ਨਾ ਚੱਲੈ ਨਾਲ। ਕਹਿੰਦੇ ਇਹ ਤੇਰੀਆਂ ਸਿਆਣਪਾਂ ਨੇ, ਤੈਨੂੰ ਇੱਕ ਨਹੀਂ ਹੋਣ ਦੇਣਾ। ਫਿਰ ਚੱਲੈ ਨਾਲ, ਫਿਰ ਨਾਲ ਕੀ ਲੈ ਕੇ ਜਾਏਗਾ? ਇਹਨਾਂ ਸਿਆਣਪਾਂ ਨੇ ਵੀ ਇੱਥੇ ਰਹਿ ਜਾਣਾ, ਤੂੰ ਇੱਕ ਵਾਰੀ ਹੋਣਾ, ਤੇ ਨਾਲ ਕੀ ਲੈ ਕੇ ਜਾਏਗਾ? ਪਾਤਸ਼ਾਹ ਕਹਿੰਦੇ ਕੁਛ ਸੋਚ। ਇਹ ਜਿਵੇਂ ਪੰਜਾਬੀ ਦੀ ਕਹਾਵਤ ਆ ਵੀ ਧੋਬੀ ਦਾ ਕੁੱਤਾ ਨਾ ਕਰਦਾ ਨਾ ਘਾਟਦਾ। ਨਾ ਸੱਚਖੰਡ ਵਾਲੇ ਨੇ ਯਕੀਨ ਕਰਨਾ, ਨਾ ਇੱਥੇ ਵਾਲੇ ਨੇ ਯਕੀਨ ਕਰਨਾ, ਆਤਮਾ ਵਿਚਾਲੇ ਫਿਰਦੀ ਭੜਕਦੀ। ਹੇ ਮੇਰੇ ਮਨਾ ਆਪਨੜੇ ਗਿਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਅਨਕ ਸੋਚ ਕਰੈ ਦਿਨ ਰਾਤੀ, ਬਿਨ ਸਤਿਗੁਰ ਅੰਧਿਆਰੀ। ਬਿਨਾਂ ਸੱਚ ਦੀ ਸੋਝੀ ਤੋਂ ਅੰਧਿਆਰੀ ਹੈ, ਅੰਨੀ ਹੈ। ਕੁਛ ਨਹੀਂ ਪਤਾ ਲੱਗ ਰਿਹਾ, ਕਿਉਂਕਿ ਸੱਚ ਦੀ ਸੋਝੀ ਤਾਂ ਪੂਰੀ ਹੈ ਨਹੀਂ ਗੀ। ਸੋ ਹੇ ਮੇਰੇ ਮਨਾ ਸੋਚਣਾ ਛੱਡ, ਸਮਝਣਾ ਸ਼ੁਰੂ ਕਰ। ਇਹੀ ਜਪ ਹੈ, ਕਿਉਂਕਿ ਗੁਰਪ੍ਰਸਾਦ ਤੋਂ ਬਾਅਦ ਜਪ ਹੈ। ਗੁਰਪ੍ਰਸਾਦ ਤੇ ਤਾਂ ਪਾਤਸ਼ਾਹ ਇਹ ਗੱਲ ਕਹਿੰਦੇ ਆ ਕਿ ਹੁਣ ਤੁਹਾਨੂੰ ਅਸੀਂ ਗੁਰ ਦੇਣ ਲੱਗੇ ਹਾਂ, ਹੁਣ ਤੁਹਾਨੂੰ ਅਸੀਂ ਗਿਆਨ ਦੇਣ ਲੱਗੇ ਹਾਂ। ਇਸ ਗਿਆਨ ਦੇ ਨਾਲ ਨਾਲ ਜਪ ਕਰਕੇ, ਗਿਆਨ ਦੇ ਨਾਲ ਤੁਸੀਂ ਆਪਣੇ ਮੂਲ ਨੂੰ ਪਰਸ ਲੈਣਾ, ਜਿਹੜਾ ਤੁਹਾਡਾ ਆਦ ਸਰੂਪ ਹੈ। ਇਸੇ ਕਰਕੇ ਨਾਲ ਹੀ ਪਾਤਸ਼ਾਹ ਨੇ ਲਿਖਦਾ ਜਪ। ਕਹਿੰਦੇ ਹੁਣ ਸਾਡੀ ਗੱਲ ਨੂੰ ਸਮਝਿਓ ਚੰਗੀ ਤਰ੍ਹਾਂ। ਜੋ ਅਸੀਂ ਕਹਾਂਗੇ, ਜਿਵੇਂ ਟੀਚਰ ਬੱਚੇ ਨੂੰ ਕਹਿੰਦਾ ਵੀ ਮੈਂ ਹੁਣ ਤੁਹਾਨੂੰ ਦੱਸਣ ਲੱਗਿਆ ਇਹ ਸਵਾਲ ਦਾ ਕੀ ਜਵਾਬ ਹੈ, ਹੁਣ ਧਿਆਨ ਰੱਖਿਓ ਮੇਰੀ ਗੱਲ 'ਚ। ਜੇ ਤੁਸੀਂ ਹੁਣ ਵੀ ਧਿਆਨ ਨਾਲ ਰੱਖਿਆ ਫਿਰ ਡਾਂਗਾਂ ਪੈਣਗੀਆਂ। ਇਸੇ ਤਰ੍ਹਾਂ ਗੁਰਬਾਣੀ ਕਹਿੰਦੀ ਹੈ ਵੀ ਜੇ ਤੁਸੀਂ ਜਪ ਨਾ ਕੀਤਾ, ਮੇਰੀ ਗੱਲ ਨੂੰ ਨਾ ਸਮਝਿਆ, ਤਾਂ ਫਿਰ ਅੱਗੇ ਜਾ ਕੇ ਬਹੁਤ ਕੁਛ ਹੋਣਾ। ਗਲ ਸੰਗਲ ਘੱਤ ਚਲਾਇਆ, ਫਿਰ ਥਾਉ ਨਾ ਹੋ ਵੀ ਪਾਉਂਦੀ ਹੁਣ ਸੁਣੀਏ ਕਿਆ ਰੂ ਆਇਆ। ਕੋਈ ਨਹੀਂ ਸੁਣਦਾ। ਉਸ ਤੋਂ ਬਾਅਦ ਫਿਰ ਜਪ ਹੈ। ਜਪ ਤੋਂ ਬਾਅਦ ਹੀ ਨਾਲੇ ਦੇਖੋ ਲਿਖਤਾ ਆਦ ਸੱਚ। ਉੱਪਰ ਆ ਗਿਆ ਨਾ ਗੁਰ ਪਰਸ ਆਦ, ਕਿ ਆਪਣੇ ਆਦ ਸਰੂਪ ਨੂੰ ਪਰਸ। ਆਦ ਸਰੂਪ ਕੀ ਹੈ? ਸੱਚ। ਇੱਥੇ ਕੀ ਲਿਖਿਆ? ਸੁਣਿਆ ਸਤ ਸੰਤੋਖ ਗਿਆਨ। ਹਰ ਇੱਕ ਅੱਖਰ ਪਾਤਸ਼ਾਹ ਨੇ ਬਹੁਤ ਹੀ ਕਮਾਲ ਦੇ ਲਿਖਿਆ ਗੁਰਬਾਣੀ ਦੇ ਅੰਦਰ। ਪਰ ਹੇ ਮੇਰੇ ਮਨਾ ਤੂੰ ਮੂਰਖਤਾਈ ਨਾਲ ਇਹਨੂੰ ਪੜ੍ਹਦਾ, ਮੂਰਖਤਾਈ ਨਾਲ ਵਿਚਾਰਦਾ, ਤਾਂ ਪੱਲੇ ਵੀ ਕੁਛ ਨਹੀਂ ਪੈਣਾ। ਕੁਝ ਸੰਸਾਰੀ ਮੱਤਾਂ ਨੇ ਜਿਨ੍ਹਾਂ ਨੇ ਸੱਚ ਨੂੰ ਦ੍ਰਿੜ ਹੀ ਨਹੀਂ ਕਰਾਇਆ, ਅਸਲ ਸੱਚ ਬਾਰੇ ਕੁਝ ਦੱਸਿਆ ਹੀ ਨਹੀਂ। ਕਹਿੰਦੇ ਜ਼ਰੂਰ ਨੇ ਵੀ ਇਹ ਜੀ ਇਹ ਸੱਚ ਹੈ, ਗੁਰਬਾਣੀ ਸੱਚ ਹੈ, ਗੁਰਬਾਣੀ ਤੋਂ ਬਿਨਾਂ ਹੋਰ ਕੋਈ ਚੀਜ਼ ਸੱਚ ਨਹੀਂ, ਨਾਮ ਜਪਿਆ ਕਰੋ, ਪਾਠ ਕਰਿਆ ਕਰੋ, ਨਾਲ ਕੁਛ ਨਹੀਂ ਜਾਣਾ, ਇੱਥੇ ਹੀ ਰਹਿ ਜਾਣਾ ਸਭ ਕੁਛ। ਪਰ ਆਪ ਸਵੈਮ ਉਹਦੇ ਵਿੱਚ ਫਸੇ ਹੋਏ ਆ। ਆਪ ਕਹਿੰਦੇ ਸਾਨੂੰ ਦੇ ਦਿਓ ਸ਼ਬਦ ਬਦਲੇ, ਦਾਨ ਕਰ ਦਿਓ। ਇੱਕ ਪਾਸੇ ਤੁਸੀਂ ਬੈਠ ਕੇ ਕਹਿੰਦੇ ਹੋ ਕਿ ਮਾਇਆ ਦਾ ਦਾਨ ਨਹੀਂ, ਮਾਇਆ ਜ਼ਹਿਰ ਹੁੰਦੀ ਹੈ। ਦੂਜੇ ਪਾਸੇ ਜਦੋਂ ਆਪ ਲੈਣੀ ਹੈ ਤੁਹਾਨੂੰ ਬਦਲ ਲਿਆ ਸ਼ਬਦ, ਕਿਸੇ ਦਾਨ ਕਰ ਦਿਓ। ਗੁਰਬਾਣੀ 'ਚ ਇੱਕ ਵੀ ਪੰਕਤੀ ਕੋਈ ਸਿੱਧ ਕਰ ਦੇਵੇ ਕਿਤੇ ਲਿਖਿਆ ਹੋਵੇ ਮਾਇਆ ਨੂੰ ਦਾਨ। ਨਾਮਦਾਨ ਹੈ, ਦੇਹੇ ਨਾਮ ਸੰਤੋਖੀ ਹੈ। ਜੀ ਦਾਨ ਦੇ ਭਗਤੀ ਲਾਇਨ, ਜੀ ਨੂੰ ਦਾਨ ਦੇਣਾ, ਫਿਰ ਭਗਤੀ ਨਾਲ ਜੁੜ ਕੋਈ, ਭਾਵੇਂ ਉਹਦੇ ਅੰਦਰੋਂ ਪੈ ਹੋਵੇ ਅੱਗੇ ਗਤੀ ਕਰੇ। ਹਰਸਿਓ ਲੈਨ ਮਿਲਾਏ, ਉਹ ਜਿਹੜਾ ਹਰ ਉਹਦਾ ਆਪਣਾ ਮੂਲ ਹੈ ਉਹਦੇ ਨਾਲ ਮਿਲਾ ਲਵੇ। ਐਸਾ ਸੁਗਿਆਨ ਕਿਸੇ ਨੂੰ ਦਿਓ, ਇਹ ਹੈ ਦਾਨ। ਇਸੇ ਕਰਕੇ ਪਾਤਸ਼ਾਹ ਨੇ ਚਤੁਰਾਈ ਨਾ ਚਤੁਰ ਭੁਜ ਪਾਈ ਦਾ।
ਹੇ ਮੇਰੇ ਮਨਾ, ਇਹਨਾਂ ਚਲਾਕੀਆਂ ਨਾਲ ਨਹੀਂ, ਇਹ ਸ਼ਬਦ ਬਦਲ ਲੇਂਗਾ ਇੱਥੇ। ਦੇਣ ਵੇਲੇ ਚੀਜ਼ ਕੁਛ ਹੋਰ ਭਾਵਨਾ, ਲੈਣ ਵੇਲੇ ਕੁਛ ਹੋਰ ਹੈ। ਜੇ ਤਾਂ ਪੱਲਿਓਂ ਕੁਛ ਦੇਣਾ ਹੈ, ਫਿਰ ਤਾਂ ਕਹਿਣਾ ਭਾਈ ਸਾਡੇ ਕੋਲ ਤਾਂ ਆਹੀ ਸੀ, ਹੁਣ ਤੂੰ ਕੀ ਕਰੀਏ, ਸਾਡੇ ਕੋਲ ਤਾਂ ਆਪ ਥੋੜਾ। ਜਦੋਂ ਲੈਣਾ ਉਹਲੇ ਨੂੰ ਕਹਿਣਾ ਤੇਰੇ ਕੋਲ ਤਾਂ ਬਹੁਤ ਪਿਆ, ਦੇ ਦੇ, ਫਿਰ ਕੀ ਹੈ, ਤੈਨੂੰ 70 ਗੁਣਾ ਅੱਗੇ ਮਿਲੂਗਾ, ਤੈਨੂੰ 40 ਗੁਣਾ ਅੱਗੇ ਮਿਲੂਗਾ। ਇਹ ਮਾਇਆ ਸਫਲ ਨਹੀਂ ਕਰਨੀ ਤੁਸੀਂ, ਫਿਰ ਅਸਫਲ ਕਿਹਨੇ ਕੀਤੀ ਹੈ ਮਾਇਆ। ਹੇ ਮੇਰੇ ਮਨਾ, ਇਹ ਬਹੁਤ ਵੱਡੇ ਵੱਡੇ ਧੋਖੇ ਨੇ, ਇਹਨਾਂ ਦਾ ਇਬਜ ਦਰਗਾਹ ਦੇ ਵਿੱਚ ਬਹੁਤ ਔਖਾ ਹੈ। ਤੂੰ ਐਸਾ ਕੁਛ ਨਾ ਕਰੀ, ਰੁੱਖੀ ਮਿੱਸੀ ਖਾ ਲਈ, ਪਰ ਕਿਸੇ ਨੂੰ ਗੁਰਬਾਣੀ ਦੇ ਆਸਰੇ ਤੇ ਗਲਤ ਨਾ ਦੱਸਦੀ। ਫਰੀਦਾ ਰੁੱਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀ, ਆਨੰਦ ਲੈ, ਪਰ ਲੋਭ ਲਹਿਰ ਤੋਂ ਦੂਰ ਰਹੀ। ਹਾਂ, ਕੁਝ ਸੰਸਾਰੀ ਮੱਤਾਂ ਨੇ ਜਿਨ੍ਹਾਂ ਨੇ ਸੱਚ ਦ੍ਰਿੜ ਨਹੀਂ ਕਰਵਾਇਆ, ਅਸਲੀ ਸੱਚ ਬਾਰੇ ਨਹੀਂ ਕੁਝ ਵੀ ਦੱਸਿਆ। 10ਵੇਂ ਪਾਤਸ਼ਾਹ ਕਹਿੰਦੇ ਆ, ਸਭ ਤੇ ਆਪਣਾ ਨਾਮ ਜਪਾਇਓ। ਸਾਰਿਆਂ ਨੇ ਆਪਣੇ ਆਪ ਦਾ ਹੀ ਹੁਕਮ ਚਲਾਇਆ, ਆਪੋ ਆਪਣੀਆਂ ਮਿੱਤਾਂ ਬਣਾ ਕੇ ਦੱਸੀਆਂ ਨੇ, ਉਹੀ ਸਮਝਾਈਆਂ ਨੇ। ਜਪਾਇਓ, ਆਪਣੀ ਆਪਣੀ ਮੱਤ ਸਮਝਾ ਰਹੇ ਨੇ। ਇਸਲਾਮ ਵਾਲੇ ਕਹਿੰਦੇ ਸਾਡੀ ਮੱਤ ਸ੍ਰੇਸ਼ਟ, ਸਿੱਖ ਕਹਿੰਦੇ ਸਾਡੀ ਮੱਤ ਸ੍ਰੇਸ਼ਟ, ਸਨਾਤਨ ਵਾਲੇ ਕਹਿੰਦੇ ਸਾਡੀ ਮੱਤ ਸ੍ਰੇਸ਼ਟ, ਈਸਾਈ ਕਹਿੰਦੇ ਸਾਡੀ ਮੱਤ ਸ੍ਰੇਸ਼ਟ। ਪਰ ਅੱਜ ਤੱਕ ਕੋਈ ਨਹੀਂ ਕਹਿੰਦਾ ਕਿ ਪਰਮੇਸ਼ਰ ਦੀ ਮੱਤ ਸ੍ਰੇਸ਼ਟ। ਉਹ ਗਾਇਬ ਹੀ ਕਰਦਾ ਪਰਮੇਸ਼ਰ। ਫਿਰ ਉਸ ਤੋਂ ਬਾਅਦ ਸੰਪਰਦਾਈਆਂ ਆ ਗਈਆਂ। ਸੰਪਰਦਾਈ ਵਾਲੇ ਕਹਿੰਦੇ ਸਾਡੀ ਗੱਲ ਸਹੀ ਹੈ, ਉਹ ਸੰਪਰਦਾ ਕਹਿੰਦੀ ਸਾਡੀ, ਦੂਜੀ ਕਹਿੰਦੀ ਸਾਡੀ, ਤੀਜੀ ਕਹਿੰਦੀ ਸਾਡੀ। ਉਹਨਾਂ ਨਾਲ ਲੋਕ ਵੰਡੇ ਗਏ। ਕਿਸੇ ਨੇ ਨਹੀਂ ਇਹ ਗੱਲ ਕਹੀ ਕਿ ਭਾਈ ਪਰਮੇਸ਼ਰ ਇਹ ਕਹਿੰਦਾ। ਕੋਈ ਨਹੀਂ ਕਹਿ ਰਿਹਾ ਕਿ ਸਮਰੱਥ ਗੁਰੂ ਸਿਰ ਹੱਥ ਧਰਿਓ। ਉਹ ਕਹਿੰਦੇ ਅਸੀਂ ਹੱਥ ਸਿਰ ਦੇ ਸਿਰ ਤੇ ਧਰਦੇ। ਤੂੰ ਸਮਰੱਥ ਵੱਡਾ, ਬੇਰੀ ਮਤ ਥੋਰੀ ਰਾਮ, ਕੋਈ ਨਹੀਂ ਕਹਿ ਰਿਹਾ। ਜੇ ਮੂੰਹੋਂ ਕਹਿ ਰਿਹਾ ਤਾਂ ਸਵੈਮ ਮੰਨ ਨਹੀਂ ਰਿਹਾ। ਸਭ ਤੇ ਆਪਣਾ ਨਾਮ ਜਪਾਇਓ, ਸਤਨਾਮ ਕਹੂੰ ਨਾ ਦਰੜਾਇਓ। ਕਹਿੰਦੇ ਜਿਹੜਾ ਸੱਚਾ ਨਾਮ ਸੀ, ਹੁਕਮ ਸੀ, ਸਤ ਸਰੂਪ ਸੀ ਜਿਹੜਾ, ਉਹ ਤਾਂ ਕਹਿੰਦੇ ਦ੍ਰਿੜੇ ਨਹੀਂ ਕਰਾਇਆ। ਸਤ ਹੁੰਦਾ ਜਿਹੜੀ ਚੀਜ਼ ਸਦਾ ਰਹਿੰਦੀ ਹੈ। ਸਦਾ ਤਾਂ ਫਿਰ ਜੋਤ ਹੀ ਰਹਿੰਦੀ ਹੈ, ਜੋਤ ਸਤ ਸਰੂਪ ਹੈ। ਹਰ ਸਤ ਸਤੇ ਮੇਰੇ ਬਾਬੁਲਾ, ਜਿਹੜਾ ਹਰ ਹੈ ਉਹੀ ਸਤ ਹੈ। ਚਾਹੇ ਉਹਨੂੰ ਹਰ ਕਹਿ ਦਿਓ, ਚਾਹੇ ਸਤ ਕਹਿ ਦਿਓ, ਚਾਹੇ ਰਾਮ ਕਹਿ ਦਿਓ, ਚਾਹੇ ਗੁਰ ਕਹਿ ਦਿਓ, ਉਹੀ ਹੈ। ਸਤੇ ਉਹੀ ਸੱਚ ਹੈ, ਹੋਰ ਕੋਈ ਵੀ ਚੀਜ਼ ਸੱਚ ਨਹੀਂ। ਮੇਰੇ ਬਾਬੁਲਾ, ਜਦੋਂ ਉਹਨੂੰ ਪਤਾ ਲੱਗਿਆ ਆਤਮਾ ਨੂੰ, ਪ੍ਰਾਤਮਾ ਬਾਰੇ, ਕਿਉਂਕਿ ਪ੍ਰਾਤਮਾ ਦਾ ਬਾਬੁਲ ਹੈ ਵੀ ਤੂੰ ਹੀ ਸੱਚ ਸਰੂਪ ਹੈ, ਵੀ ਮੈਂ ਤਾਂ ਕਿਸੇ ਹੋਰ ਨੂੰ ਹੀ ਸੱਚ ਮੰਨੀ ਬੈਠਾ। ਹੁਣ ਪਤਾ ਲੱਗਿਆ ਵੀ ਕੋਈ ਹੋਰ ਸੱਚ ਨਹੀਂ, ਤੂੰ ਹੀ ਸੱਚ ਹੈ। ਮਨ ਤੂੰ ਜੋਤ ਸਰੂਪ ਹੈ, ਤੂੰ ਹੀ ਜੋਤ ਸਰੂਪ ਹੈ। ਬਸ ਕਮੀ ਇੰਨੀ ਕਹਿ ਕਿ ਤੂੰ ਆਪਣੇ ਆਪ ਨੂੰ ਨਹੀਂ ਜਾਣਦਾ। ਆਪਣਾ ਮੂਲ ਪਛਾਣਨ ਦਾ ਭਾਵ ਹੈ ਕਿ ਤੂੰ ਆਪਣੇ ਆਪ ਨੂੰ ਨਹੀਂ ਜਾਣਦਾ। ਤੂੰ ਆਪਣੇ ਆਪ ਨੂੰ ਹੀ ਜਾਣ ਲੈ। ਤੂੰ ਜੋਤ ਹੈ, ਤੂੰ ਜਾਤ ਨਹੀਂ ਹੈ।